ਇੱਕ 50 ਸੈਂਟੀਮੀਟਰ ਸਕੁਏਅਰ ਖੇਤਰਫਲ ਉੱਪਰ 16 ਨਿਊਟਨ ਬਲ ਲਗਾਇਆ ਜਾਂਦਾ ਹੈ। ਦਾਬ ਭਾਵ ਪ੍ਰੈਸ਼ਰ ਪਾਸਕਲ ਵਿੱਚ ਕਿੰਨਾ ਹੋਵੇਗਾ? ਜਿਵੇਂ ਕਿ ਅਸੀਂ ਪ੍ਰਸ਼ਨ ਵਿੱਚ ਦੇਖ ਰਹੇ ਹਾਂ ਕਿ ਸਾਡੇ ਤੋਂ ਬਲ 16 ਨਿਊਟਨ ਹੈ ਅਤੇ ਖੇਤਰਫਲ 50 ਸੈਂਟੀਮੀਟਰ ਸਕੁਏਅਰ ਹੈ, ਜਿਸ ਨੂੰ ਮੀਟਰ ਸਕੁਏਅਰ ਦੇ ਵਿੱਚ ਬਦਲਣ ਲਈ 10,000 ਦੇ ਨਾਲ ਡਿਵਾਈਡ ਕਰਨਾ ਪੈਂਦਾ ਹੈ। ਦਾਬ ਦਾ ਫਾਰਮੂਲਾ ਹੁੰਦਾ ਹੈ ਬਲ ਬਟਾ ਖੇਤਰਫਲ। ਬਲ ਅਤੇ ਖੇਤਰਫਲ ਦੀ ਵੈਲਿਊ ਫਿਲ ਕੀਤੀ ਜਾਂਦੀ ਹੈ 16 ਗੁਣਾ 10,000 ਬਟਾ 50, ਜਿਸ ਨੂੰ ਸੋਲਵ ਕਰਕੇ ਸਾਡੇ ਤੋਂ 3200 ਪਾਸਕਲ ਆਨਸਰ ਆਉਂਦਾ ਹੈ। ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਰੈਕਟ ਆਨਸਰ ਹੈ 3200 ਪਾਸਕਲ। ਸ਼ਹਿਰਾਂ ਵਿੱਚ ਪਾਣੀ ਉੱਚੀਆਂ ਟੈਂਕੀਆਂ ਰਾਹੀਂ ਘਰਾਂ ਨੂੰ ਸਪਲਾਈ ਕਰਨ ਲਈ ਜਿਸ ਸਿਧਾਂਤ ਦੀ ਵਰਤੋਂ ਹੁੰਦੀ ਹੈ, ਉਹ ਸਿਧਾਂਤ ਕਿਹੜਾ ਹੈ? ਦਬਾਅ ਦਾ ਅੰਤਰ, ਗੁਰੂਤਾਕਰਸ਼ਣ ਬਲ ਜਾਂ ਫਿਰ ਪਾਈਪਾਂ ਵਿੱਚ ਰਗੜ ਦਾ ਘਟਨਾ। ਇਸ ਦਾ ਆਨਸਰ ਹੈ ਫਸਟ ਅਤੇ ਸੈਕਿੰਡ ਆਪਸ਼ਨ, ਦਬਾਅ ਦਾ ਅੰਤਰ ਅਤੇ ਗੁਰੂਤਾਕਰਸ਼ਣ ਬਲ। ਗੁਰੂਤਾਕਰਸ਼ਣ ਬਲ ਬ੍ਰਹਿਮੰਡ ਵਿੱਚ ਪਈ ਹਰ ਇੱਕ ਵਸਤੂ ਉੱਪਰ ਧਰਤੀ ਵੱਲੋਂ ਲਗਾਇਆ ਗਿਆ ਬਲ ਹੁੰਦਾ ਹੈ। ਦੂਸਰਾ ਹੈ ਦਬਾਅ ਦਾ ਅੰਤਰ। ਪ੍ਰੈਸ਼ਰ ਹਾਈਟ ਆਫ ਵਾਟਰ ਕਾਲਮ ਦੇ ਉੱਪਰ ਨਿਰਭਰ ਕਰਦਾ ਹੈ। ਜੇਕਰ ਵਾਟਰ ਕਾਲਮ ਦੀ ਹਾਈਟ ਵਧੇਰੇ ਹੈ ਤਾਂ ਪ੍ਰੈਸ਼ਰ ਦੀ ਮਾਤਰਾ ਵੀ ਜ਼ਿਆਦਾ ਹੋਵੇਗੀ। ਜੇਕਰ ਹਾਈਟ ਆਫ ਵਾਟਰ ਕਾਲਮ ਘੱਟ ਹੈ ਤਾਂ ਪ੍ਰੈਸ਼ਰ ਦੀ ਵੈਲਿਊ ਵੀ ਘੱਟ ਹੋਵੇਗੀ। ਅਸੀਂ ਤਸਵੀਰ ਵਿੱਚ ਦੇਖ ਪਾ ਰਹੇ ਹਾਂ ਕਿ ਮਿਡਲ ਵਨ ਪਾਈਪ ਦੇ ਵਿੱਚ ਵਾਟਰ ਕਾਲਮ ਦੀ ਹਾਈਟ ਘੱਟ ਹੈ ਅਤੇ ਉਸ ਦੇ ਬਾਟਮ ਦੇ ਉੱਪਰ ਪ੍ਰੈਸ਼ਰ ਵੀ ਘੱਟ ਲੱਗ ਰਿਹਾ ਹੈ, ਜਦ ਕਿ ਅਸੀਂ ਲਾਸਟ ਵਨ ਪਾਈਪ ਦੇ ਵਿੱਚ ਦੇਖ ਰਹੇ ਹਾਂ ਕਿ ਵਾਟਰ ਕਾਲਮ ਦੀ ਹਾਈਟ ਜ਼ਿਆਦਾ ਹੈ ਅਤੇ ਉਸ ਦੇ ਬਾਟਮ ਦੇ ਉੱਪਰ ਪ੍ਰੈਸ਼ਰ ਜੋ ਹੈ ਉਸ ਦੀ ਵੈਲਿਊ ਵੀ ਜ਼ਿਆਦਾ ਹੈ। ਇੱਕ ਸਮੁੰਦਰੀ ਗੋਤਾਖੋਰ ਦਾ ਕੰਨ ਪਾਣੀ ਦੀ ਡੂੰਘਾਈ ਕਰਕੇ ਜ਼ਖਮੀ ਹੋ ਜਾਂਦਾ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਆਪਸ਼ਨ ਹਨ ਆਕਸੀਜਨ ਦੀ ਕਮੀ, ਵਾਯੂਮੰਡਲੀ ਦਾਬ ਘੱਟ ਹੋਣ ਕਰਕੇ, ਪਾਣੀ ਦਾ ਦਾਬ ਵੱਧ ਹੋਣ ਕਰਕੇ, ਜਾਂ ਫਿਰ ਉਪਰੋਕਤ ਸਾਰੇ ਹੀ। ਇਸ ਵਿੱਚ ਸਾਡਾ ਕਰੈਕਟ ਆਨਸਰ ਹੈ ਪਾਣੀ ਦਾ ਦਾਬ ਵੱਧ ਹੋਣ ਕਰਕੇ, ਕਿਉਂਕਿ ਜਿਵੇਂ ਜਿਵੇਂ ਅਸੀਂ ਡੂੰਘਾਈ ਦੇ ਵਿੱਚ ਜਾਂਦੇ ਹਾਂ ਪਾਣੀ ਦਾ ਦਾਬ ਡੂੰਘਾਈ ਦੇ ਨਾਲ ਵੱਧਦਾ ਜਾਂਦਾ ਹੈ। ਇਸ ਕਰਕੇ ਜਦੋਂ ਸਮੁੰਦਰੀ ਗੋਤਾਖੋਰ ਡੂੰਘਾਈ ਵਿੱਚ ਜਾਂਦਾ ਹੈ ਤਾਂ ਉਸ ਦਾ ਕੰਨ ਜ਼ਖਮੀ ਹੋ ਜਾਂਦਾ ਹੈ। ਪ੍ਰਸ਼ਨ ਦੇ ਉੱਤਰ ਨੂੰ ਅਸੀਂ ਇਸ ਐਕਟੀਵਿਟੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇੱਕ ਖਾਲੀ ਬੋਤਲ ਲੈਂਦੇ ਹਾਂ ਅਤੇ ਉਸ ਵਿੱਚ 3 ਹੋਲ ਇਕੁਅਲ ਡਾਇਆਮੀਟਰ ਦੇ ਟੌਪ, ਮਿਡਲ ਅਤੇ ਬਾਟਮ 'ਤੇ ਕਰ ਦਿੱਤੇ ਜਾਂਦੇ ਹਨ। ਹੁਣ ਬੋਤਲ ਨੂੰ ਪਾਣੀ ਦੇ ਨਾਲ ਭਰ ਦਿੱਤਾ ਜਾਂਦਾ ਹੈ, ਪਰ ਬੋਤਲ ਨੂੰ ਭਰਨ ਤੋਂ ਪਹਿਲਾਂ ਜੋ ਤਿੰਨੋਂ ਹੋਲਸ ਨੇ ਉਹ ਤਿੰਨੋਂ ਹੋਲ ਦੇ ਉੱਪਰ ਐਡਹੈਸਿਵ ਟੇਪ ਲਗਾ ਦਿੱਤੀ ਜਾਂਦੀ ਹੈ। ਬੋਤਲ ਨੂੰ ਪਾਣੀ ਦੇ ਨਾਲ ਭਰਨ ਉਪਰੰਤ ਐਡਹੈਸਿਵ ਟੇਪ ਉਤਾਰ ਦਿੱਤੀ ਜਾਂਦੀ ਹੈ ਤਾਂ ਅਸੀਂ ਕੀ ਦੇਖਦੇ ਹਾਂ? ਅਸੀਂ ਦੇਖਦੇ ਹਾਂ ਕਿ ਜਿਹੜਾ ਟੌਪ ਮੋਸਟ ਹੋਲ ਹੈ ਉਸ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ, ਪਰ ਬਹੁਤ ਘੱਟ ਡਿਸਟੈਂਸ ਕਵਰ ਕਰ ਰਿਹਾ ਹੈ। ਜੋ ਵਿਚਕਾਰ ਵਾਲਾ ਛੇਦ ਹੈ ਉਸ ਵਿੱਚੋਂ ਪਾਣੀ ਜ਼ਿਆਦਾ ਡਿਸਟੈਂਸ ਕਵਰ ਕਰ ਰਿਹਾ ਹੈ, ਜਦੋਂ ਕਿ ਬਾਟਮ 'ਤੇ ਜੋ ਹੋਲ ਕੀਤਾ ਹੈ ਉਹ ਸਭ ਤੋਂ ਜ਼ਿਆਦਾ ਡਿਸਟੈਂਸ ਕਵਰ ਕਰਦਾ ਹੈ। ਇਸ ਤੋਂ ਅਸੀਂ ਕਹਿ ਸਕਦੇ ਹਾਂ
ਕਿ ਜਿਵੇਂ ਜਿਵੇਂ ਡੂੰਘਾਈ ਵੱਧਦੀ ਹੈ, ਡੈਪਥ ਇਨਕਰੀਜ਼ ਹੁੰਦੀ ਹੈ, ਤਾਂ ਉਸ ਦੇ ਨਾਲ ਪ੍ਰੈਸ਼ਰ ਦੀ ਵੈਲਿਊ ਵੀ ਇਨਕਰੀਜ਼ ਕਰਦੀ ਜਾਂਦੀ ਹੈ। ਨੈਕਸਟ ਪ੍ਰਸ਼ਨ ਹੈ 9.8 ਨਿਊਟਨ ਬਲ ਬਰਾਬਰ ਹੁੰਦਾ ਹੈ 0.1 ਕਿਲੋਗ੍ਰਾਮ weight। दूसरी ऑप्शन है 100 किलोग्राम वेट, थर्ड 10 किलोग्राम वेट, तो लास्ट ऑप्शन है 1 किलोग्राम फोर्स। इस विच साडा करैक्ट आंसर है चौथी ऑप्शन 1 किलोग्राम फोर्स। प्यारे विद्यार्थियों, असी जानते हाँ कि बल किस दे बराबर होंदा है। बल बराबर होंदा है पुंज इंटू गुरुता प्रवेग। पुंज ਅਤੇ ਗੁਰੂਤਾ ਪ੍ਰਵੇਗ ਦਾ ਗੁਣਨਫਲ ਬਲ ਦੇ ਬਰਾਬਰ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਉੱਤਰ ਦੀ ਪਰਖ ਕਰਨ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1 ਕਿਲੋਗ੍ਰਾਮ ਫੋਰਸ ਕੀ ਹੈ। 1 ਕਿਲੋਗ੍ਰਾਮ ਫੋਰਸ ਉਹ ਬਲ ਹੈ ਜੋ ਕਿਸੇ ਬੋਡੀ ਉੱਪਰ ਲੱਗਦਾ ਹੈ ਜਿਸ ਦਾ ਮਾਸ ਭਾਵ ਪੁੰਜ 1 ਕਿਲੋਗ੍ਰਾਮ ਹੈ ਅਤੇ ਉਸ ਵਿੱਚ 9.8 ਮੀਟਰ ਪਰ ਸੈਕਿੰਡ ਸਕੁਏਅਰ ਦਾ ਪ੍ਰਵੇਗ ਪੈਦਾ ਕਰਦਾ ਹੈ। ਉਸ ਬਲ ਨੂੰ ਅਸੀਂ 1 ਕਿਲੋਗ੍ਰਾਮ ਫੋਰਸ ਆਖਦੇ ਹਾਂ। ਪ੍ਰਸ਼ਨ ਹੈ ਕਿ ਬਲ ਕਿਹੋ ਜਿਹੀ ਕੁਆਂਟਿਟੀ ਹੈ, ਸਕੇਲਰ ਜਾਂ ਵੈਕਟਰ ਕੁਆਂਟਿਟੀ। ਪਿਆਰੇ ਵਿਦਿਆਰਥੀਓ, ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬਲ ਇੱਕ ਵੈਕਟਰ ਕੁਆਂਟਿਟੀ ਹੈ ਕਿਉਂਕਿ ਇਸ ਦੀ ਦਿਸ਼ਾ ਅਤੇ ਮਾਤਰਾ ਦੋਵੇਂ ਹੁੰਦੇ ਹਨ। ਸਕੇਲਰ ਕੁਆਂਟੀਟੀਜ਼ ਉਹ ਕੁਆਂਟੀਟੀਜ਼ ਹੁੰਦੀਆਂ ਨੇ ਜਿਨ੍ਹਾਂ ਦੀ ਮੈਗਨੀਟਿਊਡ ਭਾਵ ਮਾਤਰਾ ਤਾਂ ਹੁੰਦੀਆਂ ਨੇ ਪਰ ਕੋਈ ਪਰਟੀਕੂਲਰ ਡਾਇਰੈਕਸ਼ਨ ਨਹੀਂ ਹੁੰਦੀ। ਫੋਰਸ ਭਾਵ ਬਲ ਵੈਕਟਰ ਕੁਆਂਟਿਟੀ ਹੈ। ਇਹ ਅਸਲ ਵਿੱਚ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਦਿਸ਼ਾ ਵਿੱਚ ਬਲ ਲਗਾਉਂਦੇ ਹੋ। ਫਿਜ਼ੀਕਲੀ ਬਲ ਨੂੰ ਪੁਸ਼ ਔਰ ਪੁੱਲ ਵਜੋਂ ਵੀ ਦੇਖਿਆ ਜਾਂਦਾ ਹੈ। ਬਲ ਕਰਕੇ ਹੀ ਇੱਕ ਸਟੇਸ਼ਨਰੀ ਆਬਜੈਕਟ ਨੂੰ ਮੋਸ਼ਨ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਇੱਕ ਮੂਵਿੰਗ ਆਬਜੈਕਟ ਨੂੰ ਰੈਸਟ ਵਿੱਚ ਲਿਆ ਸਕਦੇ ਹਾਂ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਬਲ ਇੱਕ ਵੈਕਟਰ ਕੁਆਂਟਿਟੀ ਹੈ ਜਿਸ ਦੀ ਦਿਸ਼ਾ ਅਤੇ ਮਾਤਰਾ ਦੋਵੇਂ ਹੀ ਹੁੰਦੇ ਹਨ। SI ਸਿਸਟਮ ਵਿੱਚ ਬਲ ਨੂੰ ਨਿਊਟਨ ਵਿੱਚ ਮਾਪਿਆ ਜਾਂਦਾ ਹੈ। ਪ੍ਰਸ਼ਨ ਹੈ ਧਕੇਲ ਬਲ ਭਾਵ ਥਰਸਟ ਕਿਸ ਸਮਾਨ ਹੁੰਦਾ ਹੈ। ਆਪਸ਼ਨ ਹਨ ਬਲ ਗੁਣਾ ਖੇਤਰਫਲ, बल बटा खेत्रफल, दबाव। लास्ट ऑप्शन है दबाव गुणा खेत्रफल। इसका करैक्ट आंसर है दबाव गुणा खेत्रफल। आओ असी इसनों समझण की कोशिश करते हाँ। प्यारे विद्यार्थियों, आओ समझण की कोशिश करते हाँ कि धकेल बल की हुंदा है। धकेल बल वो बल है जो किसी वस्तु की सतह के लंब रूप भाव परपेंडिकुलर पोजीशन विच क्रिया करे, उस बल नूं धकेल बल कहते हैं। इस पिक्चर विच तुसीं देख रहे हो कि एक बच्चा बोर्ड उपर पोस्टर लगाउण की कोशिश कर रहा है। वो पोस्टर ड्राइंग पिन की हैल्प के नाल फिक्स कर रहा है ਅਤੇ ਡਰਾਇੰਗ ਪਿੰਨ ਨੂੰ ਅੰਗੂਠੇ ਨਾਲ ਦਬਾਇਆ ਜਾਂਦਾ ਹੈ। ਇਸ ਤੋਂ ਭਾਵ ਹੈ ਇਹ ਹੈ ਕਿ ਜੋ ਡਰਾਇੰਗ ਪਿੰਨ ਹੈ ਜੋ ਅੰਗੂਠੇ ਨਾਲ ਦਬਾਈ ਜਾ ਰਹੀ ਹੈ ਤਾਂ ਬੋਰਡ ਦੀ ਸਤ੍ਹਾ ਦੇ ਖੇਤਰਫਲ 'ਤੇ ਪਰਪੈਂਡੀਕੂਲਰ ਪੋਜੀਸ਼ਨ ਦੇ ਉੱਪਰ ਬਲ ਲੱਗ ਰਿਹਾ ਹੈ। ਇਸ ਦੇ ਉੱਤਰ ਦੀ ਪੁਸ਼ਟੀ ਅਸੀਂ ਫਾਰਮੂਲੇ ਤੋਂ ਵੀ ਕਰ ਸਕਦੇ ਹਾਂ। ਦਬਾਅ ਬਰਾਬਰ ਹੁੰਦਾ ਹੈ ਧਕੇਲ ਬਲ ਬਟਾ ਖੇਤਰਫਲ। ਇਸੇ ਤਰੀਕੇ ਨਾਲ ਜੇ ਧਕੇਲ ਬਲ ਫਾਈਂਡ ਕਰਨਾ ਹੋਵੇ ਤਾਂ ਉਹ ਬਰਾਬਰ ਹੁੰਦਾ ਹੈ ਦਬਾਅ ਗੁਣਾ ਖੇਤਰਫਲ।
ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਅਪੋਨ ਏਰੀਆ। ਇਸੇ ਤਰੀਕੇ ਨਾਲ ਫੋਰਸ ਫਾਈਂਡ ਆਊਟ ਕਰਨੀ ਹੋਏਗੀ ਤਾਂ ਉਹ ਹੋਵੇਗੀ ਪ੍ਰੋਡਕਟ ਆਫ ਪ੍ਰੈਸ਼ਰ ਐਂਡ ਏਰੀਆ। ਪ੍ਰਸ਼ਨ ਹੈ ਚਾਰਜਿਤ ਵਸਤੂ ਦੁਆਰਾ ਹੋਰ ਚਾਰਜਿਤ ਵਸਤੂ ਜਾਂ ਕਿਸੇ ਹੋਰ ਅਨਚਾਰਜਿਤ ਵਸਤੂ ਉੱਤੇ ਲਗਾਇਆ ਗਿਆ ਬਲ ਕੀ ਅਖਵਾਉਂਦਾ ਹੈ। ਇਸ ਦੀਆਂ ਆਪਸ਼ਨ ਹਨ ਚੁੰਬਕੀ ਬਲ, ਗੁਰੂਤਾਕਰਸ਼ਣ ਬਲ, ਸਥਿਰ ਬਿਜਲਈ ਬਲ ਜਾਂ ਫਿਰ ਪੇਸ਼ੀ ਬਲ। ਇਸ ਦਾ ਕਰੈਕਟ ਆਨਸਰ ਹੈ ਸਥਿਰ ਬਿਜਲਈ ਬਲ। ਇਸ ਨੂੰ ਅਸੀਂ ਦੋ ਸਟਰਾ ਲੈ ਕੇ ਐਕਸਪਲੇਨ ਕਰ ਸਕਦੇ ਹਾਂ। ਇੱਕ ਸਟਰਾ ਨੂੰ ਕਾਗਜ਼ ਨਾਲ ਰਗੜਿਆ ਜਾਂਦਾ ਹੈ ਅਤੇ ਦੂਸਰੇ ਸਟਰਾ ਦੇ ਨੇੜੇ ਲਿਜਾਇਆ ਜਾਂਦਾ ਹੈ। ਕਾਗਜ਼ ਨਾਲ ਰਗੜਿਆ ਹੋਇਆ ਸਟਰਾ ਦੂਜੇ ਸਟਰਾ ਨੂੰ ਆਕਰਸ਼ਿਤ ਕਰਦਾ ਹੈ, ਪਰ ਜੇ ਦੋਨੋਂ ਹੀ ਸਟਰਾ ਨੂੰ ਕਾਗਜ਼ ਦੀ ਸ਼ੀਟ ਨਾਲ ਰਗੜਿਆ ਜਾਵੇ ਤਾਂ ਇਹ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ। ਇਸ ਵੀਡੀਓ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਕਾਗਜ਼ ਦੇ ਛੋਟੇ ਛੋਟੇ ਟੁਕੜੇ ਕਰ ਲਏ ਗਏ ਹਨ। ਇਹ ਕਾਗਜ਼ ਦੇ ਛੋਟੇ ਛੋਟੇ ਟੁਕੜੇ ਕੰਘੀ ਵੱਲ ਆਕਰਸ਼ਿਤ ਹੁੰਦੇ ਹਨ ਜਦੋਂ ਕੰਘੀ ਨੂੰ ਵਾਲਾਂ ਦੇ ਨਾਲ ਰਗੜਿਆ ਜਾਂਦਾ ਹੈ। ਭਾਵ ਜਦੋਂ ਕੰਘੀ ਨੂੰ ਵਾਲਾਂ ਦੇ ਨਾਲ ਰਗੜਿਆ ਜਾਂਦਾ ਹੈ ਜਾਂ ਵਾਲ ਵਾਹੇ ਜਾਂਦੇ ਹਨ ਤਾਂ ਕੰਘੀ ਚਾਰਜ ਹੋ ਜਾਂਦੀ ਹੈ, ਜਿਸ ਕਰਕੇ ਕਾਗਜ਼ ਦੇ ਛੋਟੇ ਛੋਟੇ ਟੁਕੜੇ ਕੰਘੀ ਵੱਲ ਆਕਰਸ਼ਿਤ ਹੋ ਜਾਂਦੇ ਹਨ। ਹੇਠ ਲਿਖਿਆਂ ਵਿੱਚੋਂ ਸੰਪਰਕ ਬਲ ਦੀ ਉਦਾਹਰਨ ਕਿਹੜੀ ਹੈ। ਆਪਸ਼ਨਸ ਹਨ ਪੇਸ਼ੀ ਬਲ, ਗੁਰੂਤਾਕਰਸ਼ਣ ਬਲ, ਬਿਜਲਈ ਬਲ ਅਤੇ ਚੁੰਬਕੀ ਬਲ। ਇਸ ਦਾ ਕਰੈਕਟ ਆਨਸਰ ਹੈ ਪੇਸ਼ੀ ਬਲ। ਪੇਸ਼ੀ ਬਲ ਉਹ ਬਲ ਹੁੰਦਾ ਹੈ ਜੋ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੁਆਰਾ ਲੱਗਦਾ ਹੈ, ਪਰ ਇਹ ਬਲ ਉਦੋਂ ਹੀ ਲਾਇਆ ਜਾਂਦਾ ਹੈ ਜਦੋਂ ਪੇਸ਼ੀਆਂ ਕਿਸੇ ਵਸਤੂ ਦੇ ਮੇਲ ਵਿੱਚ ਹੋਣ। ਇਸੇ ਲਈ ਹੀ ਇਸ ਬਲ ਨੂੰ ਸ਼ੋਅ ਬਲ ਵੀ ਕਿਹਾ ਜਾਂਦਾ ਹੈ। ਜੇ ਉਦਾਹਰਨ ਦੇ ਤੌਰ 'ਤੇ ਦੇਖੀਏ ਤਾਂ ਕਿਸੇ ਮੇਜ਼ ਨੂੰ ਆਪਣੇ ਵੱਲ ਨੂੰ ਖਿੱਚਣਾ ਜਾਂ ਧਕੇਲਣਾ, ਸਾਈਕਲ ਚਲਾਉਣਾ ਆਦਿ। ਪ੍ਰਸ਼ਨ ਹੈ ਵਸਤੂ ਪਾਣੀ ਉੱਤੇ ਕਦੋਂ ਤੈਰਦੀ ਹੈ। ਆਪਸ਼ਨ ਹਨ ਜਦੋਂ ਵਸਤੂ ਉੱਤੇ ਕੋਈ ਬਲ ਨਹੀਂ ਲੱਗਦਾ, ਜਦੋਂ ਵਸਤੂ ਉੱਤੇ ਲੱਗ ਰਿਹਾ ਕੁੱਲ ਬਲ 0 ਹੁੰਦਾ ਹੈ, ਜਦੋਂ ਗੁਰੂਤਾਕਰਸ਼ਣ ਬਲ ਲੱਗਦਾ ਹੈ, ਅਤੇ ਲਾਸਟ ਆਪਸ਼ਨ ਹੈ ਜਦੋਂ ਵਸਤੂ ਅਤੇ ਪਾਣੀ ਵਿਚਕਾਰ ਰਗੜ ਬਲ ਲੱਗੇ। ਇਸ ਦਾ ਕਰੈਕਟ ਆਨਸਰ ਹੈ ਜਦੋਂ ਵਸਤੂ ਉੱਤੇ ਲੱਗ ਰਿਹਾ ਕੁੱਲ ਬਲ 0 ਹੁੰਦਾ ਹੈ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਧਕੇਲ ਬਲ ਉਹ ਬਲ ਹੁੰਦਾ ਹੈ ਜੋ ਵਸਤੂ ਉੱਪਰ ਪਰਪੈਂਡੀਕੂਲਰ ਪੋਜੀਸ਼ਨ ਦੇ ਉੱਪਰ ਲੱਗਦਾ ਹੈ। ਜਦੋਂ ਕੋਈ ਵਸਤੂ ਪਾਣੀ ਉੱਪਰ ਤੈਰ ਰਹੀ ਹੁੰਦੀ ਹੈ ਤਾਂ ਉਸ ਦੇ ਉੱਪਰ ਵੱਲ ਨੂੰ ਧਕੇਲ ਬਲ ਪਾਣੀ ਵੱਲੋਂ ਲਗਾਇਆ ਜਾਂਦਾ ਹੈ। ਵਸਤੂ ਦਾ ਭਾਰ ਧਕੇਲ ਬਲ ਦੇ ਨਾਲ ਬੈਲੈਂਸ ਹੋ ਜਾਂਦਾ ਹੈ। ਇਸ ਕਰਕੇ ਨੈੱਟ ਫੋਰਸ ਜੋ ਬਾਡੀ ਉੱਪਰ ਲੱਗਦੀ ਹੈ ਉਹ 0 ਹੋ ਜਾਂਦੀ ਹੈ। ਇਸ ਕਰਕੇ ਬਾਡੀ ਪਾਣੀ ਦੇ ਉੱਪਰ ਤੈਰਦੀ ਰਹਿੰਦੀ ਹੈ। ਬੱਚਿਓ, ਅਗਲਾ ਪ੍ਰਸ਼ਨ ਹੈ ਹੇਠ ਦਿੱਤਿਆਂ ਵਿੱਚੋਂ ਕਿੱਥੇ ਕੁੱਲ ਬਲ 0 ਨਹੀਂ ਹੁੰਦਾ ਹੈ। ਆਪਸ਼ਨਸ ਹਨ ਆਕਾਸ਼ ਵਿੱਚ ਸਥਿਰ ਉੱਡ ਰਹੀ ਪਤੰਗ, ਉਚਾਈ ਤੋਂ ਸੁਤੰਤਰ ਡਿੱਗਦੀ ਗੇਂਦ, ਧਰਤੀ ਉੱਪਰ ਸਥਿਰ ਉੱਡਦਾ ਹੈਲੀਕਾਪਟਰ, ਪਾਣੀ ਦੀ ਸਤ੍ਹਾ ਉੱਤੇ ਤੈਰਦਾ ਕਾਰਕ। ਇਸ ਦਾ ਕਰੈਕਟ ਆਨਸਰ ਹੈ ਉਚਾਈ ਤੋਂ ਸੁਤੰਤਰ ਡਿੱਗਦੀ ਗੇਂਦ, ਜਿਹਨੂੰ ਫ੍ਰੀ ਫਾਲ ਕਹਿੰਦੇ ਹਾਂ। ਜਦੋਂ ਕੋਈ ਵਸਤੂ ਫ੍ਰੀਲੀ ਫਾਲ ਕਰਦੀ ਹੈ ਉਚਾਈ ਤੋਂ ਤਾਂ ਉਸ ਦੇ ਉੱਪਰ ਗੁਰੂਤਵੀ ਬਲ ਲੱਗ ਰਿਹਾ ਹੁੰਦਾ ਹੈ। ਨਿਊਟਨ ਦੇ 3rd ਲਾਅ ਦੇ ਅਕੋਰਡਿੰਗ ਉਸ ਦੇ ਉੱਪਰ ਏਅਰ ਰਜਿਸਟੈਂਸ ਵੀ ਲੱਗਦੀ ਹੈ, ਪਰ ਏਅਰ ਰਜਿਸਟੈਂਸ ਦੀ ਵੈਲਿਊ ਬਹੁਤ ਘੱਟ ਹੁੰਦੀ ਹੈ।
ਨੈਕਸਟ ਪ੍ਰਸ਼ਨ ਹੈ, ਕਿਹੜੀਆਂ ਉਦਾਹਰਨਾਂ ਦਾਬ 'ਤੇ ਆਧਾਰਿਤ ਹਨ? ਸਕੂਲ ਬੈਗ ਦੇ ਚੌੜੇ ਸਟ੍ਰੈਪ, ਘਰ ਦੀਆਂ ਚੌੜੀਆਂ ਨੀਹਾਂ, ਤਿੱਖਾ ਚਾਕੂ ਅਤੇ ਭਾਰੀ ਵਾਹਨ ਦੇ ਜ਼ਿਆਦਾ ਟਾਇਰ, ਉਪਰੋਕਤ ਸਾਰੇ। ਪਿਆਰੇ ਵਿਦਿਆਰਥੀਓ, ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਦਾਬ ਕਿਸ ਦੇ ਬਰਾਬਰ ਹੁੰਦਾ ਹੈ। ਦਾਬ ਬਰਾਬਰ ਹੁੰਦਾ ਹੈ ਬਲ ਬਟਾ ਖੇਤਰਫਲ। ਜੇ ਖੇਤਰਫਲ ਜ਼ਿਆਦਾ ਹੋਏਗਾ ਤਾਂ ਦਾਬ ਦੀ ਵੈਲਿਊ ਘੱਟ ਹੋਵੇਗੀ। ਇਸੇ ਲਈ ਸਕੂਲ ਬੈਗ ਦੇ ਸਟ੍ਰੈਪ ਚੌੜੇ ਰੱਖੇ ਜਾਂਦੇ ਨੇ ਤਾਂ ਜੋ ਸੰਪਰਕ ਵਿੱਚ ਆਇਆ ਖੇਤਰਫਲ ਜ਼ਿਆਦਾ ਹੋਵੇ, ਜਿਸ ਕਰਕੇ ਦਾਬ ਦੀ ਵੈਲਿਊ ਘੱਟ ਜਾਂਦੀ ਹੈ। ਇਸੇ ਕਰਕੇ ਹੀ ਘਰ ਦੀਆਂ ਨੀਹਾਂ ਵਾਈਡ ਭਾਵ ਚੌੜੀਆਂ ਰੱਖੀਆਂ ਜਾਂਦੀਆਂ ਹਨ, ਖੇਤਰਫਲ ਜ਼ਿਆਦਾ ਹੋ ਜਾਂਦਾ ਹੈ ਅਤੇ ਦਾਬ ਦੀ ਵੈਲਿਊ ਘੱਟ ਜਾਂਦੀ ਹੈ। ਤਿੱਖਾ ਚਾਕੂ ਅਤੇ ਭਾਰੀ ਵਾਹਨ ਦੇ ਜ਼ਿਆਦਾ ਟਾਇਰ, ਜੇ ਖੇਤਰਫਲ ਘੱਟ ਹੋਏ ਤਾਂ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਚਾਕੂ ਨਾਲ ਜਲਦੀ ਕਿਸੇ ਵੀ ਸਬਜ਼ੀ ਜਾਂ ਫਰੂਟ ਨੂੰ ਜਲਦੀ ਕੱਟ ਸਕਦੇ ਹਾਂ। ਅਤੇ ਜੋ ਭਾਰੀ ਵਾਹਨ ਹੁੰਦਾ ਹੈ ਉਸ 'ਤੇ ਜ਼ਿਆਦਾ ਟਾਇਰ ਹੁੰਦੇ ਹਨ ਤਾਂ ਜੋ ਸੰਪਰਕ ਦਾ ਖੇਤਰਫਲ ਜ਼ਿਆਦਾ ਹੋਵੇ ਅਤੇ ਪ੍ਰੈਸ਼ਰ ਘੱਟ ਜਾਂਦਾ ਹੈ। ਇਸ ਲਈ ਸਾਡਾ ਇਸ ਵਿੱਚ ਕਰੈਕਟ ਆਨਸਰ ਹੈ ਫੋਰਥ, ਉਪਰੋਕਤ ਸਾਰੇ। ਬਲ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਆਪਸ਼ਨ ਹਨ, ਵਸਤੂ ਨੂੰ ਵਿਰਾਮ ਤੋਂ ਗਤੀ ਵਿੱਚ ਲਿਆ ਸਕਦਾ ਹੈ, ਗਤੀਸ਼ੀਲ ਵਸਤੂ ਦੀ ਚਾਲ ਵਿੱਚ ਪਰਿਵਰਤਨ ਕਰ ਸਕਦਾ ਹੈ, ਵਸਤੂ ਦੀ ਸ਼ਕਲ ਅਤੇ ਆਕਾਰ ਵਿੱਚ ਪਰਿਵਰਤਨ ਕਰ ਸਕਦਾ ਹੈ। ਫੋਰਥ, ਉਪਰੋਕਤ ਸਾਰੇ। ਪਿਆਰੇ ਵਿਦਿਆਰਥੀਓ, ਇੱਥੇ ਆਪ ਜੀ ਨਾਲ ਡਿਸਕਸ ਕਰਦੇ ਹਾਂ ਕਿ ਬਲ, ਜਿਵੇਂ ਕਿ ਅਸੀਂ ਪੜ੍ਹ ਚੁੱਕੇ ਹਾਂ ਕਿ ਇੱਕ ਸਟੇਸ਼ਨਰੀ ਆਬਜੈਕਟ ਨੂੰ, ਇੱਕ ਵਿਰਾਮ ਅਵਸਥਾ ਵਿੱਚ ਫੁੱਟਬਾਲ ਪਿਆ ਹੈ, ਜਦੋਂ ਅਸੀਂ ਉਸ ਨੂੰ ਕਿੱਕ ਮਾਰਦੇ ਹਾਂ, ਉਸ 'ਤੇ ਬਲ ਲਗਾਉਂਦੇ ਹਾਂ ਤਾਂ ਉਹ ਗਤੀ ਵਿੱਚ ਆ ਜਾਂਦਾ ਹੈ। ਇਸੇ ਤਰੀਕੇ ਨਾਲ ਹੀ ਅਸੀਂ ਇੱਕ ਰਿੜ ਰਿਹਾ ਫੁੱਟਬਾਲ, ਉਸ ਨੂੰ ਪੈਰ ਨਾਲ ਰੋਕ ਸਕਦੇ ਹਾਂ, ਭਾਵ ਬਲ ਲਗਾ ਕੇ ਉਸ ਨੂੰ ਸਟੇਸ਼ਨਰੀ ਕਰ ਸਕਦੇ ਹਾਂ। ਵਸਤੂ ਦੀ ਸ਼ਕਲ ਅਤੇ ਆਕਾਰ ਵਿੱਚ ਪਰਿਵਰਤਨ ਵੀ ਕਰ ਸਕਦੇ ਹਾਂ। ਇੱਕ ਗੁਬਾਰੇ ਨੂੰ ਅਸੀਂ ਦਬਾ ਕੇ ਉਸ ਦੀ ਸ਼ਕਲ ਅਤੇ ਆਕਾਰ ਵਿੱਚ ਪਰਿਵਰਤਨ ਕਰ ਸਕਦੇ ਹਾਂ। ਇਸ ਕਰਕੇ ਸਾਡਾ ਕਰੈਕਟ ਆਨਸਰ ਇਸ ਵਿੱਚ ਹੈ ਉਪਰੋਕਤ ਸਾਰੇ। ਇਹਨਾਂ ਸਾਰੀਆਂ ਹੀ ਐਗਜ਼ਾਮਪਲ ਦੇ ਵਿੱਚ ਬਲ ਜਿਹੜਾ ਹੈ ਉਸ ਦੀ ਇੰਪੋਰਟੈਂਸ ਜਿਹੜੀ ਆ ਉਹ ਦੱਸੀ ਗਈ ਹੈ। ਕੁੱਲੀ ਭਾਰੀ ਸਮਾਨ ਚੁੱਕਣ ਸਮੇਂ ਆਪਣੇ ਸਿਰ ਉੱਤੇ ਇੱਕ ਗੋਲ ਕੱਪੜਾ ਲਪੇਟ ਲੈਂਦੇ ਹਨ, ਕਿਉਂਕਿ ਇਸ ਪਿੱਛੇ ਕੀ ਕਾਰਨ ਹਨ? ਆਪਸ਼ਨਸ ਹਨ, ਸਰੀਰ ਅਤੇ ਸਮਾਨ ਦਾ ਸੰਪਰਕ ਖੇਤਰਫਲ ਵੱਧ ਜਾਂਦਾ ਹੈ, ਸਰੀਰ 'ਤੇ ਲੱਗਣ ਵਾਲਾ ਦਬਾਓ ਘੱਟ ਜਾਂਦਾ ਹੈ, ਬਲ ਵੱਧ ਲੱਗਦਾ ਹੈ। ਲਾਸਟ ਆਪਸ਼ਨ ਹੈ ਪਹਿਲਾ ਅਤੇ ਦੂਸਰਾ, ਭਾਵ ਸਰੀਰ ਅਤੇ ਸਮਾਨ ਦਾ ਸੰਪਰਕ ਖੇਤਰਫਲ ਵੀ ਵੱਧ ਜਾਂਦਾ ਹੈ ਅਤੇ ਸਰੀਰ 'ਤੇ ਲੱਗਣ ਵਾਲਾ ਦਬਾਓ ਘੱਟ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਅਸੀਂ ਬਾਰ-ਬਾਰ ਇਸ ਲੈਸਨ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਪ੍ਰੈਸ਼ਰ ਭਾਵ ਦਬਾਓ ਕਿਸ ਦੇ ਬਰਾਬਰ ਹੁੰਦਾ ਹੈ? ਬਲ ਬਟਾ ਖੇਤਰਫਲ। ਜਦੋਂ ਕੁੱਲੀ ਆਪਣੇ ਸਮਾਨ ਨੂੰ ਚੁੱਕਣ ਸਮੇਂ ਇੱਕ ਗੋਲ ਕੱਪੜਾ ਆਪਣੇ ਸਿਰ 'ਤੇ ਲਪੇਟ ਲੈਂਦੇ ਹਨ ਤਾਂ ਉਸ ਗੋਲ ਕੱਪੜੇ ਕਰਕੇ
ਸੰਪਰਕ ਖੇਤਰਫਲ ਵੱਧ ਜਾਂਦਾ ਹੈ। ਸਮਾਨ ਅਤੇ ਉਸ ਗੋਲ ਕੱਪੜੇ ਦੇ ਵਿਚਕਾਰ ਦਾ ਸੰਪਰਕ ਖੇਤਰਫਲ ਵੱਧ ਜਾਂਦਾ ਹੈ, ਜਿਸ ਨਾਲ ਸਰੀਰ 'ਤੇ ਲੱਗਣ ਵਾਲਾ ਦਬਾਅ ਘਟ ਜਾਂਦਾ ਹੈ। ਇਸ ਕਰਕੇ ਸਾਡੀ ਇਸ ਵਿੱਚ ਕਰੈਕਟ ਆਪਸ਼ਨ 4 ਹੈ, ਭਾਵ ਦੋਨੋਂ ਹੀ ਫੈਕਟਰ ਕੰਮ ਕਰਦੇ ਨੇ। ਸਰੀਰ ਅਤੇ ਸਮਾਨ ਦਾ ਸੰਪਰਕ ਖੇਤਰਫਲ ਵੀ ਵੱਧ ਜਾਂਦਾ ਹੈ, ਉਸ ਦੇ ਕਰਕੇ ਹੀ ਸਰੀਰ 'ਤੇ ਲੱਗਣ ਵਾਲਾ ਦਬਾਅ ਘਟ ਜਾਂਦਾ ਹੈ। ਇਸ ਕਰਕੇ ਸਾਡੀ ਕਰੈਕਟ ਆਪਸ਼ਨ 4 ਹੈ। ਅਗਲਾ ਪ੍ਰਸ਼ਨ ਹੈ, ਗੁਰੂਤਵੀ ਬਲ ਕਿਸ 'ਤੇ ਲੱਗਦਾ ਹੈ? ਇਸ ਦੀਆਂ ਆਪਸ਼ਨਸ ਹਨ, ਸਿਰਫ ਚੰਦਰਮਾ 'ਤੇ, ਸੈਕਿੰਡ ਆਪਸ਼ਨ ਹੈ ਸਿਰਫ ਹੋਰ ਗ੍ਰਹਿਆਂ ਉੱਪਰ, ਤੀਸਰੀ ਆਪਸ਼ਨ ਹੈ ਧਰਤੀ 'ਤੇ ਸਾਰੀਆਂ ਵਸਤੂਆਂ ਉੱਪਰ, ਅਤੇ ਫੋਰਥ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਆਪ ਜੀ ਨਾਲ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਗੁਰੂਤਵੀ ਬਲ ਅਰਥ ਦੁਆਰਾ ਬ੍ਰਹਿਮੰਡ ਵਿੱਚ ਪਈ ਹਰ ਇੱਕ ਵਸਤੂ ਉੱਪਰ ਲਗਾਇਆ ਜਾਂਦਾ ਹੈ। ਇਸ ਕਰਕੇ ਇਸ ਪ੍ਰਸ਼ਨ ਵਿੱਚ ਸਾਡਾ ਕਰੈਕਟ ਆਨਸਰ ਹੈ ਤੀਸਰੀ ਆਪਸ਼ਨ, ਧਰਤੀ 'ਤੇ ਪਈਆਂ ਸਾਰੀਆਂ ਵਸਤੂਆਂ ਉੱਪਰ ਗੁਰੂਤਵੀ ਬਲ ਲੱਗਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਦਰਸਾਉਂਦਾ ਹੈ ਕਿ ਬਲ ਵਸਤੂ ਦੀ ਸ਼ਕਲ ਅਤੇ ਆਕਾਰ ਨੂੰ ਤਬਦੀਲ ਕਰ ਸਕਦਾ ਹੈ? ਆਪਸ਼ਨਸ ਹਨ, ਹਵਾ ਨਾਲ ਭਰੇ ਗੁਬਾਰੇ 'ਤੇ ਲਗਾਇਆ ਬਲ, ਕ੍ਰਿਕਟ ਦੀ ਗੇਂਦ 'ਤੇ ਲਗਾਇਆ ਬਲ, ਦੀਵਾਰ 'ਤੇ ਲਗਾਇਆ ਬਲ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਆਪ ਜੀ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ ਕਿ ਜਦੋਂ ਇੱਕ ਗੁਬਾਰੇ ਵਿੱਚ ਹਵਾ ਭਰੀ ਜਾਂਦੀ ਹੈ ਤਾਂ ਉਸ 'ਤੇ ਬਲ ਲਗਾਇਆ ਜਾਂਦਾ ਹੈ, ਤਾਂ ਉਸ ਗੁਬਾਰੇ ਦੀ ਸ਼ਕਲ ਅਤੇ ਆਕਾਰ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਪਰ ਇਹੋ ਜਿਹਾ ਕੋਈ ਵੀ ਪਰਿਵਰਤਨ ਜਦੋਂ ਕ੍ਰਿਕਟ ਦੀ ਗੇਂਦ ਜਾਂ ਇੱਕ ਵੱਡੀ ਦੀਵਾਰ ਉੱਪਰ ਬਲ ਲਗਾਇਆ ਜਾਂਦਾ ਹੈ ਤਾਂ ਨਹੀਂ ਦੇਖਿਆ ਜਾਂਦਾ। ਇਸ ਕਰਕੇ ਸਾਡਾ ਇਸ ਪ੍ਰਸ਼ਨ ਵਿੱਚੋਂ ਕਰੈਕਟ ਆਨਸਰ ਹੈ ਹਵਾ ਨਾਲ ਭਰੇ ਗੁਬਾਰੇ 'ਤੇ ਲਗਾਇਆ ਬਲ, ਜਿਸ ਕਰਕੇ ਉਸ ਦੀ ਸ਼ਕਲ ਅਤੇ ਆਕਾਰ ਵਿੱਚ ਪਰਿਵਰਤਨ ਆ ਜਾਂਦਾ ਹੈ। ਨੈਕਸਟ ਪ੍ਰਸ਼ਨ ਹੈ, ਪੱਤੇ ਅਤੇ ਫਲ ਧਰਤੀ 'ਤੇ ਕਿਸ ਬਲ ਕਰਕੇ ਡਿੱਗਦੇ ਹਨ? ਆਪਸ਼ਨਸ ਹਨ, ਚੁੰਬਕੀ ਬਲ ਕਰਕੇ, ਗੁਰੂਤਵੀ ਬਲ ਕਰਕੇ, ਸਥਿਰ ਬਿਜਲਈ ਬਲ ਕਰਕੇ, ਅਤੇ ਲਾਸਟ ਆਪਸ਼ਨ ਹੈ ਪੇਸ਼ੀ ਬਲ ਕਰਕੇ। ਪਿਆਰੇ ਵਿਦਿਆਰਥੀਓ, ਪੱਤੇ ਅਤੇ ਫਲ ਧਰਤੀ 'ਤੇ ਗੁਰੂਤਵੀ ਬਲ ਕਰਕੇ ਡਿੱਗਦੇ ਹਨ। ਗੁਰੂਤਵੀ ਬਲ ਧਰਤੀ ਦੁਆਰਾ ਬ੍ਰਹਿਮੰਡ ਵਿੱਚ ਪਈ ਹਰ ਇੱਕ ਵਸਤੂ ਉੱਪਰ ਲਗਾਇਆ ਗਿਆ ਬਲ ਹੁੰਦਾ ਹੈ। ਗੁਰੂਤਵੀ ਬਲ ਕਰਕੇ ਹੀ ਹਰ ਇੱਕ ਵਸਤੂ ਧਰਤੀ ਵੱਲ ਨੂੰ ਖਿੱਚੀ ਜਾਂਦੀ ਹੈ। ਇਸ ਕਰਕੇ ਸਾਡਾ ਕਰੈਕਟ ਆਨਸਰ ਹੈ ਗੁਰੂਤਵੀ ਬਲ ਕਰਕੇ। ਪਿਆਰੇ ਵਿਦਿਆਰਥੀਓ, ਅੱਜ ਦਾ ਇਹ ਵੀਡੀਓ ਲੈਕਚਰ ਜੋ ਬਲ ਅਤੇ ਦਾਬ ਲੈਸਨ ਦੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ 'ਤੇ ਆਧਾਰਿਤ ਸੀ। ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਿਆ ਹੋਵੇਗਾ। ਆਸ ਕਰਦੇ ਹਾਂ ਕਿ ਇਹ ਵੀਡੀਓ ਲੈਕਚਰ ਆਪ ਜੀ ਨੂੰ ਪੈਸ, ਨੈਸ ਅਤੇ NMMS ਦੇ ਪੇਪਰ ਵਿੱਚ ਸਹਾਈ ਹੋਵੇਗਾ। ਆਪ ਸਭ ਦਾ ਧੰਨਵਾਦ।